I am going to give you an important question answer of lesson number 4, that is robot and people. First question we have, what led to the loss of jobs with the invention of automobiles? ਕਿਹੜੀਆਂ jobs ਨੇ automobiles ਦੀ ਖੋਜ ਦੇ ਨਾਲ ਕਿਹੜੀਆਂ jobs ਨੇ ਜਿਹੜੀਆਂ ਖਤਮ ਹੋ ਗਈਆਂ ਨੇ? ਆਨਸਰ ਇਜ਼ ਆਟੋਮੋਬਾਈਲਸ ਮੇਡ ਟਰੈਵਲਿੰਗ। ਆਟੋਮੋਬਾਈਲਸ ਨੇ ਸਾਡੀ ਜਿਹੜੀ ਟਰੈਵਲਿੰਗ ਆ, ਸਫ਼ਰ ਕਰਨਾ, ਉਹਨੂੰ ਸੌਖਾ ਬਣਾਤਾ। ਸੋ ਦਾ ਜੋਬਸ, ਇਸ ਕਰਕੇ ਜਿਹੜੀਆਂ ਜੋਬਸ ਨੇ ਰਿਲੇਟਡ ਟੂ ਦਾ ਅਰਲੀਅਰ ਮੋਡ ਆਫ ਟਰਾਂਸਪੋਰਟ ਹੈਡ ਅ ਲੋਸ ਆਫ। ਜਿਹੜੀਆਂ ਜੋਬਸ ਨੇ ਕਹਿੰਦੇ ਪਹਿਲਾਂ, ਅਰਲੀਅਰ ਦਾ ਮਤਲਬ ਹੁੰਦਾ ਪਹਿਲਾਂ, ਪੁਰਾਣੇ ਸਮੇਂ ਦੇ ਵਿੱਚ ਟਰਾਂਸਪੋਰਟ ਦਾ ਸਾਧਨ ਹੁੰਦੀਆਂ ਸੀਗੀਆਂ, ਉਹਨਾਂ ਦੇ ਖਤਮ ਹੋ ਗਏ, ਉਹ ਖਤਮ ਹੋ ਗਈਆਂ ਨੇ। ਇਟ ਇਨਕਲੂਡਡ, ਇਹਦੇ ਵਿੱਚ ਕਿਹੜੀਆਂ ਜੋਬਸ ਨੇ? ਰਿਲੇਟਡ ਟੂ ਦਾ ਹਾਰਸਿਸ, ਉਹ ਜੋਬ ਜਿਹੜੀਆਂ ਕਿ ਹਾਰਸਿਸ ਘੋੜਿਆਂ ਨਾਲ ਸੰਬੰਧਿਤ ਸੀ। ਕਾਰਟਸ, ਗੱਡੀਆਂ ਨਾਲ ਲਈ ਦਾ ਮਤਲਬ ਹੁੰਦਾ ਜਿਹੜੇ ਢੋਆ ਢੁਆਈ ਦੇ ਸਾਧਨ ਨੇ ਉਹਨਾਂ ਨਾਲ ਸੰਬੰਧਿਤ ਸੀਗੀਆਂ, ਉਹ ਜੋਬਸ ਖਤਮ ਹੋ ਚੁੱਕੀਆਂ ਨੇ। ਨੈਕਸਟ ਕੁਐਸਚਨ ਆਪਣੇ ਕੋਲ, ਕੁਐਸਚਨ ਨੰਬਰ 2, ਹਾਊ ਵਾਜ਼ ਆਟੋਮੋਬਾਈਲ ਇੰਡਸਟਰੀ ਅ ਬੋਨ ਫॉर ਅ ਇੰਪਲਾਇਮੈਂਟ। ਆਟੋਮੋਬਾਈਲ ਇੰਡਸਟਰੀ ਆ ਜਿਹੜੀ, ਉਹ ਇੰਪਲਾਇਮੈਂਟ ਦੇ ਲਈ, ਇੰਪਲਾਇਮੈਂਟ ਰੁਜ਼ਗਾਰ ਦੇ ਸਾਧਨਾਂ ਲਈ ਕਿਵੇਂ ਵਧੀਆ ਸਾਬਿਤ ਹੋਈ ਆ? ਆਨਸਰ ਇਜ਼ ਇਟ ਪ੍ਰੂਵਡ ਅ ਬੋਨ, ਕਹਿੰਦੇ ਬਹੁਤ ਵਧੀਆ ਸਾਬਿਤ ਹੋਈ ਆ ਬਿਕੋਜ਼ ਦਾ ਜੋਬ, ਇਸ ਕਰਕੇ ਨਾਲੇ ਜਿਹੜੀਆਂ ਜੋਬਸ ਨੇ ਇਟ ਕ੍ਰੀਏਟਡ ਵਰ ਮੋਰ ਦੈਨ ਇਟ ਡਿਸਟਰੋਇਡ। ਇਹਨੇ ਬਹੁਤ ਸਾਰੀਆਂ ਜੋਬਸ ਲੈ ਕੇ ਆਉਂਦੀਆਂ ਨੇ ਸਾਡੇ ਲਈ, ਕਿਹਦੇ ਨਾਲੋਂ ਜ਼ਿਆਦਾ? ਜਿੰਨੀਆਂ ਇਹਨੇ ਡਿਸਟਰੋਏ ਕੀਤੀਆਂ ਸੀ ਉਹਦੇ ਨਾਲੋਂ ਜ਼ਿਆਦਾ। ਦੇਅਰ ਵਰ ਜੋਬਸ, ਇਹਦੇ ਵਿੱਚ ਜੋਬਸ ਕਿਹੜੀਆਂ? ਰਿਲੇਟਡ ਟੂ ਦਾ ਮੈਨੂਫੈਕਚਰਿੰਗ ਜੋਬਸ ਨੇ ਜਿਹੜੀਆਂ ਮੈਨੂਫੈਕਚਰਿੰਗ ਨਾਲ ਰਿਲੇਟਡ ਨੇ, ਰਿਪੇਅਰ ਦੇ ਨਾਲ ਰਿਲੇਟਡ ਨੇ। ਆਇਲ ਵੈਲ ਡਰਿਲਿੰਗ, ਆਇਲ ਵੈਲ ਡਰਿਲਿੰਗ ਦਾ ਮਤਲਬ ਹੁੰਦਾ ਤੇਲ ਵਾਲੀਆਂ ਖਾਣਾਂ ਦੇ ਵਿੱਚੋਂ ਤੇਲ ਵਗੈਰਾ ਕੱਢਣਾ। ਸੈਕਿੰਡ ਕੁਐਸਚਨ ਆ, ਹਾਊ ਕੈਨ ਵੀ ਡੀਲ ਵਿਦ ਅ ਟਰਾਂਸੀਸ਼ਨ ਪੀਰੀਅਡ। ਅਸੀਂ ਟਰਾਂਸੀਸ਼ਨ ਪੀਰੀਅਡ ਦੇ ਨਾਲ ਕਿਵੇਂ ਡੀਲ ਟਰਾਂਸੀਸ਼ਨ ਪੀਰੀਅਡ ਦਾ ਮਤਲਬ ਹੁੰਦਾ ਬਦਲਦਾ ਸਮਾਂ, ਉਹਦੇ ਨਾਲ ਅਸੀਂ ਕਿਵੇਂ ਡੀਲ ਕਰ ਸਕਦੇ ਹਾਂ? ਆਨਸਰ ਇਜ਼ ਵੀ ਕੈਨ ਡੀਲ ਵਿਦ ਅ ਟਰਾਂਸੀਸ਼ਨ ਪੀਰੀਅਡ ਓਨਲੀ ਵਿਦ ਦ ਪੇਸ਼ੈਂਸ ਐਂਡ ਇੰਟੈਲੀਜੈਂਸ। ਅਸੀਂ ਜਿਹੜਾ ਬਦਲਦਾ ਹੋਇਆ ਸਮਾਂ ਵਾ, ਇਹਦੇ ਨਾਲ ਅਸੀਂ ਪੇਸ਼ੈਂਸ ਦੇ ਨਾਲ, ਸਹਿਣਸ਼ੀਲਤਾ ਦੇ ਨਾਲ ਅਤੇ ਆਪਣੀ ਇੰਟੈਲੀਜੈਂਸ ਦੇ ਨਾਲ ਇਹਨੂੰ ਡੀਲ ਕਰ ਸਕਦੇ ਹਾਂ, ਇਹਦੇ 'ਚ ਰਹਿ ਸਕਦੇ ਹਾਂ। ਵਟ ਇਜ਼ ਅ ਪ੍ਰਾਈਮ ਡਿਫਰੈਂਸ, ਕਹਿੰਦੇ ਪ੍ਰਾਈਮ ਡਿਫਰੈਂਸ ਦਾ ਮਤਲਬ ਹੁੰਦਾ ਕਿਹੜਾ ਸਭ ਤੋਂ ਜ਼ਿਆਦਾ, ਪ੍ਰਾਈਮ ਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ, ਡਿਫਰੈਂਸ ਦਾ ਮਤਲਬ ਹੁੰਦਾ ਆ ਵਖਰੇਵਾਂ ਕੀ ਹੈ ਬਿਟਵੀਨ ਦਾ ਰੋਬੋਟ ਐਂਡ ਹਿਊਮਨ ਬ੍ਰੇਨ ਦੇ ਵਿੱਚ। ਰੋਬੋਟ ਵਰਕ ਅੰਡਰ ਦਾ ਇੰਸਟਰਕਸ਼ਨ, ਰੋਬੋਟ ਨੇ ਜਿਹੜੇ ਇੰਸਟਰਕਸ਼ਨ ਦੇ ਅੰਡਰ ਕੰਮ ਕਰਦੇ ਨੇ, ਜੋ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਉਹੀ ਕੰਮ ਕਰਦੇ ਨੇ। ਹਿਊਮਨਸ ਫੀਡ ਪ੍ਰੋਗਰਾਮਸ ਇਨ ਹਿਊਮਨ ਨੇ ਜਿਹੜੇ ਉਹ ਕੰਪਿਊਟਰਸ ਦੇ ਵਿੱਚ ਪ੍ਰੋਗਰਾਮ ਫੀਡ ਕਰਦੇ ਨੇ, ਰੋਬੋਟਸ ਫੋਲੋ ਦੈਟ, ਰੋਬੋਟ ਉਹਨਾਂ ਨੂੰ ਫੋਲੋ ਕਰਦੇ ਨੇ। ਬਟ ਹਿਊਮਨ ਬ੍ਰੇਨਸ ਆਰ ਕ੍ਰੀਏਟਿਵ, ਪਰ ਹਿਊਮਨ ਬ੍ਰੇਨ ਨੇ ਜਿਹੜੇ ਉਹ ਕ੍ਰੀਏਟਿਵ ਹੁੰਦੇ ਨੇ, ਇਮੈਜੀਨੇਟਿਵ ਹੁੰਦੇ, ਲਿਮਿਟਨੈਸ ਹੁੰਦੀ ਹੈ, ਉਹਦੀ ਕੋਈ ਸੀਮਾ ਜਾਂ ਹੱਦ ਨਹੀਂ ਹੁੰਦੀ। Next we have a theme of the chapter robots and people, that's very important in this chapter. Answer is the chapter discuss the role of technology in our life। ਜਿਹੜਾ ਚੈਪਟਰ ਆ ਸਾਡੇ ਸਾਹਮਣੇ ਰੋਲ ਆ ਸਾਡੀ ਜ਼ਿੰਦਗੀ ਦੇ ਵਿੱਚ ਟੈਕਨੋਲੋਜੀ ਦਾ ਬਹੁਤ ਵੱਡਾ ਰੋਲ ਆ, ਉਹ ਡਿਸਕਸ ਕਰਦਾ। ਸਮ ਪੀਪਲ ਥਿੰਕ ਦੈਟ, ਕਈ ਲੋਕ ਸੋਚਦੇ ਨੇ ਰੋਬੋਟਸ ਵਿਲ ਬੀ ਦਾ ਰੀਜ਼ਨ ਆਫ ਅਨਇੰਪਲੋਇਮੈਂਟ। ਰੋਬੋਟ ਕਹਿੰਦੇ ਰੀਜ਼ਨ ਬਣਦੇ ਨੇ, ਕਾਰਨ ਬਣਦੇ ਨੇ ਬੇਰੁਜ਼ਗਾਰੀ ਦਾ। ਮਸ਼ੀਨਾਂ ਨੇ, ਰੋਬੋਟਸ ਕਿਹਨੂੰ ਕਿਹਾ ਗਿਆ? ਮਸ਼ੀਨਾਂ ਨੂੰ। ਬਟ ਦਾ ਆਥਰ ਸੇਜ਼, ਪਰ ਆਥਰ ਆ ਜਿਹੜਾ ਲੇਖਕ ਆ ਉਹ ਕਹਿੰਦਾ ਆ ਦੈਟ ਦੇਅਰ ਇਜ਼ ਡਿਫਰੈਂਸ ਇਨ ਹਿਊਮਨ ਐਂਡ ਰੋਬੋਟ ਇਨ, ਪਰ ਬਹੁਤ ਜ਼ਿਆਦਾ ਕਹਿੰਦੇ ਡਿਫਰੈਂਸ ਆ ਰੋਬੋਟ ਦੀ ਇੰਟੈਲੀਜੈਂਸ ਦੇ ਵਿੱਚ ਅਤੇ ਮਨੁੱਖ ਦੀ। ਹਿਊਮਨ ਬ੍ਰੇਨ ਇਜ਼ ਕ੍ਰੀਏਟਿਵ, ਹਿਊਮਨ ਬ੍ਰੇਨ ਕ੍ਰੀਏਟਿਵ ਹੁੰਦਾ, ਵਿਲੱਖਣ ਸੋਚ ਹੁੰਦੀ ਹੈ। ਐਂਡ ਇਮੈਜੀਨੇਟਿਵ ਦਾ ਮਤਲਬ ਹੁੰਦਾ ਕਾਲਪਨਿਕ ਹੁੰਦਾ, ਪਰ ਕੰਪਿਊਟਰਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਕੰਪਿਊਟਰ ਔਰ ਰੋਬੋਟ ਕੈਨੋਟ ਥਿੰਕ, ਕੰਪਿਊਟਰ ਅਤੇ ਰੋਬੋਟ ਸੋਚ ਨਹੀਂ ਸਕਦੇ। ਦੇ ਵਰਕ ਓਨਲੀ ਔਨ ਕਮਾਂਡ, ਸਿਰਫ ਉਹੀ ਕੰਮ ਕਰਦੇ ਨੇ ਜਿਹੜੇ ਮਨੁੱਖ ਉਹਨਾਂ ਨੂੰ ਕਮਾਂਡ ਦਿੰਦਾ ਆ। ਮੋਰ ਐਵਰ ਰੋਬੋਟਸ ਕੈਨ ਬੀ ਯੂਜ਼ਡ ਫॉर ਅ ਜੋਬ, ਰੋਬੋਟ ਨੇ ਜਿਹੜੇ ਕਿਹੜੀਆਂ ਜੋਬਸ ਦੇ ਲਈ ਯੂਜ਼ ਕੀਤੇ ਜਾਂਦੇ? ਦੈਟ ਕੈਨ ਬੀ ਫੈਟਲ ਫॉर ਹਿਊਮਨ ਬੀਇੰਗ, ਜਿਹੜੀਆਂ ਮਨੁੱਖ ਦੇ ਲਈ ਘਾਤਕ ਹੁੰਦੀਆਂ ਨੇ। ਫੈਟਲ ਦਾ ਮਤਲਬ ਹੁੰਦਾ ਘਾਤਕ ਹੋਣਾ। ਮਾਈਨਿੰਗ, ਜਿਵੇਂ ਮਾਈਨਿੰਗ ਕੋਲਾ ਵਗੈਰਾ ਕੱਢਣਾ। ਵਰਕਿੰਗ ਵਿਦ ਡੇਂਜਰਸ ਕੈਮੀਕਲ, ਅਤੇ ਬਹੁਤ ਜਿਹੜੇ ਖਤਰਨਾਕ ਕੈਮੀਕਲ ਨੇ ਉਹਨਾਂ ਨਾਲ ਕੰਮ ਕਰਨਾ। ਐਕਸਪਲੋਸਿਵ ਮਟੀਰੀਅਲ, ਐਕਸਪਲੋਸਿਵ ਨਾਲ ਧਮਾਕੇਦਾਰ ਜਿਹੜਾ ਮਟੀਰੀਅਲ ਆ ਉਹਦੇ ਨਾਲ ਕੰਮ ਕਰਨਾ। ਸਮ ਸੱਚ ਜੋਬ, ਬਹੁਤ ਸਾਰੀਆਂ ਜੋਬਸ ਨੇ। ਇਨ ਦਿਸ ਵੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਰੋਬੋਟਸ ਕੈਨ ਪ੍ਰੂਵ ਹੈਲਪਫੁਲ ਟੂ ਸੇਵ ਹਿਊਮਨ ਲਾਈਵਸ। ਰੋਬੋਟਸ ਨੇ ਜਿਹੜੇ ਕਹਿੰਦੇ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੋ ਸਕਦੇ ਨੇ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਦੇ ਲਈ। ਆਥਰ ਆਲਸੋ ਸਪੋਰਟ ਹਿਜ਼ ਵਿਊਜ਼, ਆਥਰ ਆ ਜਿਹੜਾ ਉਹ ਵੀ ਆਪਣੇ ਵਿਊਜ਼ ਨੇ ਉਹਦੇ ਹੀ ਮਤਲਬ ਕਿ ਸਪੋਰਟ ਕਰਦਾ ਵਿਦ ਦਾ ਐਗਜ਼ਾਮਪਲ ਆਫ ਆਟੋਮੋਬਾਈਲ ਇੰਡਸਟਰੀ ਦੀ ਐਗਜ਼ਾਮਪਲ ਦੇ ਕੇ ਸਾਡੇ ਸਾਹਮਣੇ। ਵੀ ਆਲ ਨੋ ਦੈਟ, ਅਸੀਂ ਸਾਰੇ ਜਾਣਦੇ ਹਾਂ ਦੈਟ ਵਿਦ ਆਟੋਮੋਬਾਈਲ ਇੰਡਸਟਰੀ ਆ ਜਿਹੜੀ ਰਿਪਲੇਸ ਜੋਬਸ ਰਿਲੇਟਡ ਟੂ, ਕਹਿੰਦੇ ਉਹਦੇ ਨਾਲ ਬਹੁਤ ਸਾਰੀਆਂ ਜੋਬਸ ਨੇ ਜਿਹੜੀਆਂ ਉਹ ਰਿਪਲੇਸ ਹੋਈਆਂ ਨੇ। ਰਿਪਲੇਸ ਦਾ ਮਤਲਬ ਤਾਂ ਬਦਲ ਗਈਆਂ ਨੇ। ਜਿਵੇਂ ਉਹ ਪਹਿਲਾਂ ਹਾਰਸਿਸ ਵਗੈਰਾ 'ਤੇ ਢੋਆ ਢੁਆਈ ਦਾ ਕੰਮ ਹੁੰਦਾ ਸੀ, ਅੱਜ ਕੱਲ੍ਹ ਨਵੇਂ ਨਵੇਂ ਵਹੀਕਲਸ ਬਣਦੇ ਨੇ ਅਤੇ ਹਾਰਸ ਕਾਰਟਸ ਵਗੈਰਾ ਨੇ ਜਿਹੜੇ ਉਹਨਾਂ ਨਾਲ ਪਹਿਲਾਂ ਢੋਆ ਢੁਆਈ ਕੀਤੀ ਜਾਂਦੀ ਸੀ। ਬਟ ਇਟ ਆਲਸੋ ਜਨਰੇਟਡ, ਪਰ ਕਹਿੰਦੇ ਟੈਕਨੋਲੋਜੀ ਨੇ ਬਹੁਤ ਸਾਰੀਆਂ ਨਵੀਆਂ ਜੋਬਸ ਨੇ ਉਹਨਾਂ ਨੂੰ ਵੀ ਜਨਮ ਦਿੱਤਾ। ਆਫ ਅਸੈਂਬਲੀ ਲਾਈਨ ਇਨ ਦਾ ਇੰਡਸਟਰੀ, ਬਹੁਤ ਜ਼ਿਆਦਾ ਲਾਈਨ, ਲੰਬੀ ਲਾਈਨ ਖੜੀ ਕਰਕੇ ਰੱਖ ਦਿੱਤੀ ਆ ਇੰਡਸਟਰੀ ਦੇ ਵਿੱਚ। ਇਟ ਨੀਡਸ ਟੂ ਕਹਿੰਦੇ ਕਿ ਅੱਜ ਕੱਲ੍ਹ ਸਾਨੂੰ ਕਾਹਦੀ ਜ਼ਰੂਰਤ ਆ? ਲੋਕਾਂ ਨੂੰ ਰੀਐਡੂਕੇਟ ਦਾ ਮਤਲਬ ਹੁੰਦਾ ਦੁਬਾਰਾ ਪੜ੍ਹਾਉਣ ਦੀ।
ਪੀਪਲ ਟੂ ਵਰਕ ਵਿਦ ਦਾ, ਤਾਂ ਜੋ ਲੋਕ ਨੇ ਜਿਹੜੇ ਟੈਕਨੋਲੋਜੀ ਨਾਲ ਕੰਮ ਕਰ ਸਕਣ। ਸੋ ਬੇਸਿਕਲੀ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਟੈਕਨੋਲੋਜੀ ਆ ਕਹਿੰਦੇ ਇਜ਼ ਵੈਰੀ ਹੈਲਪਫੁਲ ਇਨ ਦਾ ਡਿਵੈਲਪਮੈਂਟ ਆਫ ਸੋਸਾਇਟੀ, ਕਹਿੰਦੇ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਆ ਸੋਸਾਇਟੀ ਦੀ ਡਿਵੈਲਪਮੈਂਟ ਦੇ ਵਿੱਚ। ਦੀਜ਼ ਆਰ ਯੂਅਰ ਇੰਪੋਰਟੈਂਟ ਕੁਐਸਚਨ ਆਨਸਰ।